हरियाणा सिख गुरुद्वारा प्रबंधक कमेटी और श्रोमणी अकाली दल हरियाणा आज दोनों इन्होंने फैसला किया है कि जो सिख हैं हरियाणा के, उनके राजनीतिक और धार्मिक मसले इकट्ठा होकर उठाए जाएं। और इसी उपलक्ष्य में मेरे साथ दादूवाल साहब हैं, बलजीत सिंह दादूवाल, जो कि अध्यक्ष हैं कमेटी के, और इसके साथ ही हरियाणा जो अकाली दल है उसके पदाधिकारी मेरे साथ इस वक्त मौजूद हैं। शुरुआत दादूवाल साहब से कर लेते हैं। दादूवाल जी, एक फ़ैसला जो है वो हरियाणा अकाली दल और प्रबंधक कमेटी जो है, गुरुद्वारा प्रबंधक कमेटी, उसने लिया है। ये फैसला क्या है सर? देखो, हरियाणा सिख गुरुद्वारा प्रबंधक कमेटी हरियाणा स्टेट विचले इतिहासक गुरुद्वारिਆਂ ਦੀ सेवा संभाल वास्ते 2014 ਚ ਬਣਾਈ ਗਈ ਸੀ, ਜਿਸ ਨੂੰ ਕਾਨੂੰਨੀ ਮਾਨਤਾ ਸੁਪਰੀਮ ਕੋਰਟ ਦੇ ਵੱਲੋਂ 20 ਸਤੰਬਰ 2022 ਨੂੰ ਦਿੱਤੀ ਗਈ ਹੈ। 2 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ। ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਆ ਸੇਵਾ ਸੰਭਾਲ ਉਹਨਾਂ ਦੀ ਕਰੇਗੀ। ਸਕੂਲ ਕਾਲਜ ਜੋ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ ਸੀ, ਸੋ ਇਹਨਾਂ ਦਾ ਪ੍ਰਬੰਧ ਜਿਹੜਾ ਉਹ ਦੇਖੇਗੀ ਗੁਰੂ ਘਰਾਂ ਦਾ। ਤਾਂ ਜਿਹੜਾ ਹਰਿਆਣਾ ਸਟੇਟ ਸ਼੍ਰੋਮਣੀ ਅਕਾਲੀ ਦਲ ਹੈ, ਇਹ ਹਰਿਆਣੇ ਦੇ ਸਿੱਖਾਂ ਦੇ ਜੋ ਵੀ ਮੁੱਦੇ ਆ, ਕੋਈ ਧਾਰਮਿਕ ਮੁੱਦੇ, ਰਾਜਨੀਤਿਕ ਮੁੱਦੇ ਆ, ਜੋ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ, ਉਹਨੂੰ ਹਰਿਆਣਾ ਸਰਕਾਰ ਮੁੱਖ ਮੰਤਰੀ ਸਾਹਿਬ ਕੋਲ ਉਠਾਉਣਾ ਜਾਂ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਸਾਹਿਬ, ਗ੍ਰਹਿ ਮੰਤਰੀ ਸਾਹਿਬ ਤੱਕ ਉਠਾਉਣਾ। ਤਾਂ ਉਹਦੇ ਵਾਸਤੇ ਹਰਿਆਣੇ ਦੇ ਸਿੱਖਾਂ ਦੀ ਰਾਜਨੀਤਿਕ ਅਗਵਾਈ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦਾ ਗਠਨ ਹੋਇਆ ਸੀਗਾ। ਉਹਦੇ ਵਿੱਚ ਇਹ ਜਿਹੜੇ ਆਗੂ ਸਾਹਿਬਾਨ ਇੱਥੇ ਬੈਠੇ ਹੋਏ ਆ। ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਸੀਂ ਇਹ ਐਲਾਨ ਕਰ ਰਹੇ ਹਾਂ ਕਿ ਹਰਿਆਣਾ ਅਕਾਲੀ ਦਲ ਦਾ ਪੂਰਾ ਸਮਰਥਨ, ਜਿਹੜਾ ਬਾਦਲ ਪਰਿਵਾਰ ਤੋਂ ਆਜ਼ਾਦ ਹੋ ਕੇ ਇਹਨਾਂ ਨੇ ਵੱਖਰਾ ਜਿਹੜਾ ਹਰਿਆਣਾ ਸਟੇਟ ਅਕਾਲੀ ਦਲ, ਜਿਵੇਂ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਖਰਾ ਬਣਿਆ ਬਾਦਲ ਪਰਿਵਾਰ ਨੂੰ ਛੱਡ ਕੇ, ਇਸੇ ਤਰ੍ਹਾਂ ਜਿਹੜਾ ਹਰਿਆਣਾ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦਾ ਪਿਛਲੇ ਦਿਨੀ ਗਠਨ ਹੋਇਆ, ਅਹੁਦੇਦਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਇਹ ਜਿਹੜੇ ਆਗੂ ਸਾਹਿਬਾਨ ਇਹ ਤਾਲਮੇਲ ਕਰ ਰਹੇ ਆ, ਸਾਡੇ ਨਾਲ ਤਾਲਮੇਲ ਕੀਤਾ, ਅਤੇ ਸਾਡੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹਨਾਂ ਦਾ ਪੂਰਾ ਸਮਰਥਨ ਕੀਤਾ ਜਾਊਗਾ ਕਿ ਹਰਿਆਣੇ ਦੇ ਸਿੱਖਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸਰਕਾਰ ਕੋਲੇ ਉਠਾਉਣ, ਤੇ ਹਰਿਆਣਾ ਕमेटी ਜਿਹੜੀ ਆ ਉਹ ਇਹਨਾਂ ਦਾ पूरा सहयोग करेगी। जिस तरह से आपने सिख संगतों को अपील भी की है कि जो हरियाणा अकाली दल है उसको मजबूत किया जाए, क्या आने वाले समय में हरियाणा सिख गुरुद्वारा प्रबंधक कमेटी और जो हरियाणा अकाली दल है संयुक्त रूप से कुछ कार्यक्रम जो हैं वो किए जाएंगे? जो भी श्रोमणी अकाली दल हरियाणा स्टेट वालों प्रोग्राम किए जाएंगे हरियाणे ਦੀਆਂ सिख संगतां ਦੀ ਭਲਾਈ ਦੇ ਵਾਸਤੇ, ਉਹਨਾਂ ਦੀਆਂ ਮੁਸ਼ਕਲਾਂ ਦੇ ਸੰਬੰਧ ਵਿੱਚ ਹਰਿਆਣਾ ਕਮੇਟੀ ਉਹਦਾ ਪੂਰਾ ਜਿਹੜਾ ਸਹਿਯੋਗ ਕਰੇਗੀ, ਪੂਰਾ ਸਮਰਥਨ ਕਰੇਗੀ। ਜੋ ਵੀ ਪ੍ਰੋਗਰਾਮ ਇਹਨਾਂ ਵੱਲੋਂ ਲਿਖੇ ਜਾਣਗੇ, ਜਿੱਥੇ ਸਾਨੂੰ ਬੁਲਾਉਣਗੇ ਉੱਥੇ ਅਸੀਂ ਹਾਜ਼ਰੀ ਭਰਾਂਗੇ ਸੰਯੁਕਤ ਰੂਪ 'ਚ। ਅਸੀਂ ਮੈਂ ਤਾਂ ਹੀ ਅਪੀਲ ਕੀਤੀ ਹੈ ਸਾਰੇ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਕਿ ਉਹ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਨਾਲ ਜੁੜਨ, ਬਾਦਲ ਪਰਿਵਾਰ ਦੀ ਗੁਲਾਮੀ ਛੱਡਣ, ਅਤੇ ਇੱਧਰ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਜੋ ਮੁਸ਼ਕਲਾਂ ਆਉਂਦੀਆਂ ਨੇ, ਜੋ ਉਹਨਾਂ ਦੇ ਚੰਗੇ ਭਵਿੱਖ ਵਾਸਤੇ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੈ ਮੁੱਦਾ, ਉਹਦੇ ਵਾਸਤੇ ਜੋ ਵੀ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਪ੍ਰੋਗਰਾਮ ਲੀਕਦਾ ਉਹਦਾ ਸਮਰਥਨ ਕਰਨ, ਇਹਦੇ ਮੈਂਬਰ ਬਣ, ਤੇ ਅਸੀਂ ਇਹਨਾਂ ਦਾ ਜਿਹੜਾ ਹਰ ਤਰ੍ਹਾਂ ਦੇ ਨਾਲ ਸਮਰਥਨ ਕਰਾਂਗੇ। सर, जिस तरह से हरियाणा अकाली दल के कुछ लोग भी मेरे साथ हैं, सर आप ये बताइए अपना नाम और परिचय थोड़ा देंगे, और साथ में भूपेंद्र सिंह संत मेंबर SGPC और एजेक्टक मेंबर का कमेटी का अब मैं मेंबर बना हूँ 2 नवंबर 9 से। पहले मैं मेंबर था SGPC, अब एजेक्टर का मेंबर बना हूँ। भूपेंद्र जी, आप ये बताइए कि जिस तरह से श्रोमणी अकाली दल ने एक फ़ैसला किया है हरियाणा ने कि सिख गुरुद्वारा प्रबंधक कमेटी के साथ मिलकर कदम बढ़ाए जाएं, लेकिन कहीं ना कहीं धर्म और राजनीति एक अगर बेहतर तालमेल हो, लोगों के की भलाई के लिए बहुत बढ़िया काम कर सकते हैं, लेकिन इसमें कहीं ना कहीं जिस तरह से राजनीति का आज जो स्वरूप है वो मलिन ना हो, इसका पूरा ख्याल रखा जाएगा। ਅਸੀਂ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਜੋ ਹਰਿਆਣੇ ਦੇ ਵਿੱਚ ਬਣਾਇਆ ਹੈ, ਇਹਨੂੰ ਬੜਾ ਕਾਮਯਾਬ ਕਰਾਂਗੇ। ਅਤੇ ਅਸੀਂ ਬੇਨਤੀ ਕਰਨੇ ਆ ਸਾਰੇ ਆਪਣੇ ਵੀਰਾਂ ਨੂੰ, ਜਿਨ੍ਹਾਂ ਇਸ ਪਾਰਟੀ ਦੇ ਵਿੱਚ ਆਉਣਾ ਹੈ, ਸਾਰਿਆਂ ਨੂੰ ਬੇਨਤੀ ਕਰਨੇ ਆ, ਪਰ ਸਾਫ ਸੁਥਰਾ ਵਧੀਆ ਛਵੀ ਵਾਲਾ। ਮੈਂ ਆਪਣੇ ਵੱਲੋਂ ਪਹਿਲੋਂ ਇਹ ਐਲਾਨ ਕਰਨਾ, ਮੇਰੇ ਕੋਈ ਵੀ ਸਰਕਾਰ, ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ 1996 ਦਾ ਬਣਿਆ ਵਾਂ, 28 ਸਾਲ 26 ਸਾਲ ਮੈਨੂੰ ਹੋ ਗਏ ਨੇ ਮੈਂਬਰ ਬਣਿਆ ਨੂੰ। ਮੇਰੇ ਅੱਜ ਵੀ ਇੱਕ ਪੈਸੇ ਦਾ ਕੋਈ ਦਾਗ ਲਾ ਦੇ, ਜਾਂ ਕੋਈ ਜ਼ਮੀਨ ਖਰੀਦੀ ਹੋਵੇ, ਜਾਂ ਕੋਈ ਪਲਾਟ ਖਰੀਦਿਆ ਹੋਵੇ, ਮੇਰੀਆਂ ਕੋਈ ਇਨਕੁਆਰੀਆਂ ਕਰ ਸਕਦਾ ਹੈ। ਮੈਂ ਕੋਈ 2 ਪੈਸੇ ਆਪਣੇ ਪੱਲਿਓਂ ਲਾਏ ਹੋਣਗੇ, ਆਪਣੀ ਜ਼ਮੀਨ ਵੇਚੀ ਹੋਵੇਗੀ,
ਮੈਂ ਕੋਈ ਖਰੀਦੀ ਨਹੀਂ, ਮੇਰੇ ਤੇ ਕੋਈ ਇਲਜ਼ਾਮ ਨਹੀਂ ਲਾ ਸਕਦਾ। ਇਸੇ ਤਰ੍ਹਾਂ ਹੀ ਬੜੇ ਹੀ ਸੁਚੱਜੇ ਢੰਗ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹਰਿਆਣਾ ਸਟੇਟ ਬਣਾਇਆ ਹੈ ਇਹਦੀ ਸੇਵਾ ਕਰਾਂਗੇ ਅਤੇ ਵਧੀਆ ਸਾਫ ਛਵੀ ਵਾਲੇ ਨਾਲ ਬੰਦੇ ਰਲਾਵਾਂਗੇ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਲੱਗ ਹੋਈ ਹੈ ਸਾਡੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਨੇ ਬਣਾਈ, ਅਸੀਂ ਸਰਕਾਰ ਦਾ ਇਸ ਵਾਸਤੇ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਦੇ ਕੇ ਸਾਡੀ ਕਮੇਟੀ ਨੂੰ ਕਾਮਯਾਬ ਕੀਤਾ। ਅਸੀਂ ਉਸ ਕਮੇਟੀ ਦਾ ਪੂਰਾ ਸੰਯੋਗ ਕਰਾਂਗੇ ਤੇ ਵਧੀਆ ਅੱਗੋਂ ਜਦੋਂ ਇਲੈਕਸ਼ਨ ਆਏਗਾ ਇਮਾਨਦਾਰ ਬੰਦਿਆਂ ਨੂੰ, ਅੰਮ੍ਰਿਤਧਾਰੀ ਗੁਰਸਿੱਖੇ ਬੰਦਿਆਂ ਨੂੰ ਟਿਕਟਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਵੱਲੋਂ ਧਾਰਮਿਕ ਮੈਂਬਰ ਬਣਾਇਆ ਜਾਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਮੈਂਬਰ ਬਣਾਇਆ ਜਾਏਗਾ ਤੇ ਵਧੀਆ ਸਤਿਕਾਰ ਕੀਤਾ ਜਾਏਗਾ ਤੇ ਅਸੀਂ ਹਰਿਆਣਾ ਕਮੇਟੀ पूरा सत्कार करांगे। सर अपना नाम भी बता दीजिए, अपना परिचय भी दे दीजिए, और साथ ही मेरा सवाल आपसे ये है कि आने वाले समय में अब विधानसभा और लोकसभा चुनाव की तरफ हरियाणा बढ़ रहा है, क्या ये इलेक्शन लड़े जाएंगे, उसकी तैयारी की जाएगी? मैं कवलजीत सिंह हजराना ਤੇ सन 2004 ਦੇ ਵਿੱਚ SGPC ਦੇ ਮੇਰੇ ਘਰੋਂ ਮੈਂਬਰ SGPC ਦਾ ਅਸੀਂ ਚੁਣਾਵ ਕੁਰਕਸ਼ੇਤਰ ਸੀਟ ਤੋਂ ਜਿੱਤਿਆ। ਦੇਖੀਏ ਜੀ, ਮੈਂ ਤੁਹਾਡੀ ਪਹਿਲਾਂ ਗੱਲ ਕੀਤੀ ਤੁਸੀਂ ਕਿ ਜਿਹੜਾ ਅਸੀਂ ਰਾਜਨੀਤਿਕ ਪਾਰਟੀ ਬਣਾਈਏ ਅਸੀਂ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਉੱਤੇ ਬਣਾਈਏ। ਤੁਸੀਂ ਬਿਲਕੁਲ ਸਹੀ ਕਿਹਾ ਹੈ ਕਿ ਰਾਜਨੀਤੀ ਨੂੰ ਵੀ ਹੋਏਗੀ ਤੇ ਧਾਰਮਿਕ ਪੱਖੋਂ ਅਸੀਂ ਆਪਣੇ ਸਿੱਖਾਂ ਨੂੰ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਲੇਕਿਨ ਧਰਮ ਨੂੰ ਉੱਤੇ ਰੱਖ ਕੇ ਸਾਡੇ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ ਕਿ ਧਰਮ ਦੇ ਥੱਲੇ ਅਸੀਂ ਰਾਜਨੀਤੀ ਕਰਾਂਗੇ, ਆਪਣੇ ਧਰਮ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਾਂਗੇ। ਰਾਜਨੀਤੀ ਸਾਡੇ ਲਈ ਬਾਅਦ 'ਚ, ਧਰਮ ਪਹਿਲਾਂ। ਅਸੀਂ ਇਸ ਜਿਹੜਾ ਪਾਰਟੀ ਦਾ ਸੰਗਠਨ ਜਿਹੜਾ ਅਸੀਂ ਬਣਾਇਆ ਹੈ ਆਪਣੇ ਧਰਮ ਨੂੰ, ਆਪਣੀ ਕੌਮ ਨੂੰ, ਆਪਣੀ ਪੱਗ ਨੂੰ ਮਜ਼ਬੂਤ ਕਰਨ ਵਾਸਤੇ ਬਣਾਇਆ ਹੈ, ਪਹਿਲਾਂ ਦੱਸ ਦਈਏ। ਤੇ ਉਹਦੇ ਵਿੱਚ ਅਸੀਂ ਪੂਰਾ ਹਰਿਆਣੇ ਦੇ ਸਿੱਖਾਂ ਨੂੰ ਆਵਾਜ਼ ਮਾਰਨੇ ਆ, ਬੇਨਤੀ ਕਰਨੇ ਆ ਕਿ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੇ ਕੌਮ ਨੂੰ, ਧਰਮ ਨੂੰ ਮਜ਼ਬੂਤ ਕਰੀਏ। ਰਾਜਨੀਤਿਕ ਜਿਹੜੇ ਪੱਖ ਨੇ ਉਹਨਾਂ ਨੂੰ ਵੀ ਤਾਂ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ ਜਦੋਂ ਤੱਕ ਅਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ, ਤੇ ਉਦੋਂ ਤੱਕ ਅਸੀਂ ਕਿਸੇ ਸਰਕਾਰ ਦੇ ਉੱਤੇ, ਕਿਸੇ ਵੀ ਚੀਜ਼ ਦੇ ਉੱਤੇ ਦਬਾਅ ਨਹੀਂ ਬਣਾ ਸਕਦੇ। ਇਸ ਕਰਕੇ ਸਾਰਿਆਂ ਨੂੰ ਅਸੀਂ ਬੇਨਤੀ ਕਰਨੇ ਆ ਖੁੱਲ੍ਹੇ ਮਨ ਦੇ ਨਾਲ ਕਿ ਆ ਕੇ ਇਸ ਝੰਡੇ ਥੱਲੇ ਆਪ ਆ ਕੇ ਅਗਵਾਈ ਕਰੋ। ਅਸੀਂ ਇੱਕ ਇਹ ਵੀ ਤਾਂ ਆਪ ਜੀ ਸਾਹਮਣੇ ਸੁਨੇਹਾ ਦਿੰਦੇ ਆ, ਜਿਹੜੇ ਚੰਗੇ ਕਿਸੇ ਧਾਰਮਿਕ ਪੱਖੋਂ ਦੇ ਵਿੱਚ ਨਾਲ ਜੁੜੇ ਹੋਏ ਨੇ, ਖੁੱਲ੍ਹੇ ਮਨ ਦੇ ਨਾਲ ਸੱਦਾ ਦੇ ਕੇ ਕਿ ਤੁਸੀਂ ਸਾਡੀ ਆ ਕੇ ਨਾਲ ਅਗਵਾਈ ਕਰੋ। ਅਸੀਂ ਇਸ ਪਾਰਟੀ ਦੇ ਵਿੱਚ ਚੰਗੇ ਬੰਦਿਆਂ ਨੂੰ ਨਾਲ ਲਿਆ ਕੇ ਉਹਨਾਂ ਦੀ ਅਗਵਾਈ ਵੀ ਸਵੀਕਾਰ ਕਰਾਂਗੇ। इलेक्शन को लेकर क्या तैयारी है सर, क्या इलेक्शन की तरफ बढ़ेंगे? ਇਲੈਕਸ਼ਨ ਜੋ ਵਿਧਾਨ ਸਭਾ ਆਏਗਾ, ਪਾਰਲੀਮੈਂਟ ਦਾ ਆਏਗਾ, ਉਸ ਇਲੈਕਸ਼ਨ ਲੜਨ ਵਾਸਤੇ ਅਸੀਂ ਆਪਣੇ ਸਾਰੇ ਆਗੂਆਂ ਨਾਲ ਸਲਾਹ ਕਰਾਂਗੇ, ਧਾਰਮਿਕ ਵਿੰਗ ਨਾਲ ਸਲਾਹ ਕਰਾਂਗੇ। ਜੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇਗੀ, ਅਡੋਕ ਚੱਲ ਰਹੀ ਹੈ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ, ਇਹਨਾਂ ਦਾ ਅਸੀਂ ਅੱਜ ਪੂਰਾ ਸੰਯੋਗ ਕਰ ਰਹੇ ਹਾਂ। ਜੋ ਆਉਣ ਵਾਲੇ ਸਮੇਂ 'ਤੇ ਨਵੇਂ ਪ੍ਰਧਾਨ ਬਣਨਗੇ, ਅਸੀਂ ਸਾਰੇ ਰਲ ਕੇ ਇੱਕ ਦੂਜੇ ਦਾ ਸਤਿਕਾਰ ਕਰਾਂਗੇ ਅਤੇ ਕਮੇਟੀ ਦੀ ਚੋਣ ਲੜਨੀ ਪਈ ਤੇ ਲੜ ਵੀ ਸਕਣੇ ਆ, ਕੋਈ ਸਾਨੂੰ ਮਨਾਹੀ ਨਹੀਂ ਹੋ ਸਕਦੀ, ਪਰ ਅਸੀਂ ਵਿਚਾਰ ਕਰਕੇ ਸਾਰੇ ਆਪਣੇ ਖਿਆਲ ਕਰਕੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜਦਾ ਆਇਆ, ਚੋਣਾਂ ਲੜਨੀਆਂ ਚਾਹੀਦੀਆਂ ਨੇ। ਕਿਸੇ ਪਾਰਟੀ ਨਾਲ ਸਮਝੌਤਾ ਕਰਕੇ ਜਾਂ ਇਕੱਲੇ ਵਿਧਾਨ ਸਭਾ ਦੀ ਚੋਣ ਲੜਾਂਗੇ, ਇਹ ਸਾਡਾ ਫੈਸਲਾ अगले दिनों तक असी तुहानू सुना देंगे की होएगा। ददवाल साहब, आपसे मैं सवाल पूछना चाहूँगा कि आपने कहा है, सरकार से अपील की है कि जल्दी कमेटी जो है वो उसका गठन किया जाए, उसके सदस्य जो हैं जल्दी नियुक्त किए जाएं। ये मांग क्यों की जा रही है? कि आपको लगता है कि जो कामकाज है गुरुद्वारा साहबों की जो सेवा संभाल का कामकाज है उसमें भी डिले हो रहा है क्या? ਦੇਖੋ, ਜੋ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਪ੍ਰਬੰਧ ਸੀ 20 ਸਤੰਬਰ 2022 ਤੋਂ ਪਹਿਲਾਂ, ਅੱਜ ਵੀ ਉਹੀ ਹੈ। ਫੈਸਲਾ ਆਉਣ ਤੋਂ ਬਾਅਦ ਵੀ 2 ਮਹੀਨੇ ਲੰਘ ਗਏ ਆ, ਅਜੇ ਤੱਕ ਪ੍ਰਬੰਧ ਟੇਕ ਓਵਰ ਹਰਿਆਣਾ ਕਮੇਟੀ ਨੇ ਸਾਰਾ ਨਹੀਂ ਕੀਤਾ, ਕਿਉਂਕਿ ਨਵੀਂ ਐਡ ਹੌਕ ਜਿਹੜੀ ਆ ਉਹ ਅਜੇ ਹਰਿਆਣਾ ਸਰਕਾਰ ਨੇ ਅਨਾਉਂਸ ਨਹੀਂ ਕੀਤੀ। ਹਰਿਆਣਾ ਸਰਕਾਰ ਜਲਦੀ ਉਹ ਅਨਾਉਂਸ ਕਰੇ ਤਾਂ ਕਿ ਜਿਹੜਾ ਪ੍ਰਬੰਧ ਆ ਉਹ ਟੇਕ ਓਵਰ ਹੋਵੇ। ਇਹ ਸਾਰੀਆਂ ਜਿੰਨੀਆਂ ਕਸਰਤਾਂ ਨੇ ਹੋ ਰਹੀਆਂ, ਸਾਰੇ ਆਪਸ ਦੇ ਵਿੱਚ ਮਿਲ ਬੈਠ ਕੇ ਇਹ ਹਰਿਆਣੇ ਦੇ ਸਿੱਖਾਂ ਦੇ ਚੰਗੇ ਭਵਿੱਖ ਵਾਸਤੇ, ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਵਾਸਤੇ ਕਰ ਰਹੇ ਆ। ਤੁਸੀਂ ਵਿਧਾਨ ਸਭਾ ਤੇ ਪਾਰਲੀਮੈਂਟ ਦੀ ਤੁਸੀਂ ਗੱਲ ਕਰ ਰਹੇ ਆ,
ਦੇਖੋ, ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਇਹ ਆਪਸ ਵਿੱਚ ਹਰਿਆਣੇ ਦੀਆਂ ਸੰਗਤਾਂ ਨਾਲ ਮਿਲ ਕੇ ਫੈਸਲਾ ਕਰੇਗਾ ਕਿ ਇਹਨਾਂ ਨੇ ਇੰਡੀਪੈਂਡੈਂਟ ਤੌਰ 'ਤੇ ਕੋਈ ਇਲੈਕਸ਼ਨ ਲੜਨੀ ਆ ਹਰਿਆਣੇ ਦੇ ਸਿੱਖਾਂ ਦੀ, ਜਾਂ ਕਿਸੇ ਪਾਰਟੀ ਦਾ ਸਮਰਥਨ ਕਰਨਾ ਜਾਂ ਕਿਸੇ ਪਾਰਟੀ ਦਾ ਸਮਰਥਨ ਲੈਣਾ। ਇਹ ਸਾਰੀਆਂ ਸੰਗਤਾਂ ਦੀ ਸਲਾਹ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਜਿਹੜਾ ਉਹ ਫੈਸਲਾ ਕਰੇਗਾ। ਇਹ ਰਾਜਨੀਤਿਕ ਅਗਵਾਈ ਜਿਹੜੀ ਆ ਸਿੱਖਾਂ ਦੀ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਨੇ ਕਰਨੀ ਆ। ਧਾਰਮਿਕ ਜ਼ਿੰਮੇਵਾਰੀਆਂ ਜਿਹੜੀਆਂ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾਵੇਗੀ। ਔਰ ਅਸੀਂ ਤਾਂ ਹੀ ਹਰਿਆਣਾ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜੀ ਨਵੀਂ ਅਡਹੌਕ ਆ, ਯੋਗਤਾ ਰੱਖਣ ਵਾਲੇ ਮੈਂਬਰ ਇਹਦੇ 'ਚ ਸ਼ਾਮਲ ਕੀਤੇ ਜਾਣ, ਤਾਂ ਕਿ ਜਿਹੜੀ ਹਰਿਆਣਾ ਕਮੇਟੀ ਆ ਇਹ ਚੰਗਾ ਪ੍ਰਬੰਧ ਕਰ ਸਕੇ। ਜਿਵੇਂ ਪਿਛਲੇ ਸਮੇਂ ਦੇ ਅੰਦਰ ਅਸੀਂ ਚੰਗਾ ਪ੍ਰਬੰਧ ਦਿਖਾਇਆ, ਜਿਹਦੇ ਨਾਲ 25% ਬਜਟ 'ਚ ਵੀ ਵਾਧਾ ਹੋਇਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਤਾਂ ਇਸੇ ਕਰਕੇ ਅਸੀਂ ਅਪੀਲ ਤਾਂ ਹੀ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਕਰ ਰਹੇ ਹਾਂ ਕਿ ਤੁਸੀਂ ਸਹਿਯੋਗ ਕਰੋ। ਜਿਹੜੇ ਸਾਡੇ ਵੀਰ ਫਿਰ ਬਾਦਲ ਪਰਿਵਾਰ ਨਾਲ ਗੁਪਤ ਮੀਟਿੰਗਾਂ ਕਰ ਰਹੇ ਆ, ਉਹ ਗੁਪਤ ਮੀਟਿੰਗਾਂ ਛੱਡ ਕੇ ਉਹਨਾਂ ਨੂੰ ਅਪੀਲ ਆ ਕਿ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਨਾਲ ਜੁੜੋ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੋ। ਹਰਿਆਣੇ ਦੇ ਸਿੱਖ ਬਾਦਲਾਂ ਦੀ ਗੁਲਾਮੀ ਤੋਂ ਆਜ਼ਾਦ ਹੋਣਾ ਚਾਹੁੰਦੇ ਆ, ਆਜ਼ਾਦ ਹੋਏ ਆ, ਤੇ ਤੋਂ ਮੁੜ ਕੇ ਗੁਲਾਮ ਬਣਾਉਣ ਦੀਆਂ ਮੀਟਿੰਗਾਂ ਉਹਨਾਂ ਦੇ ਨਾਲ ਨਾ ਕੀਤੀਆਂ ਜਾਣ। ਜਿਹੜੇ ਵੀਰ ਕਰ ਰਹੇ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਹਰਿਆਣੇ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦਾ ਸਮਰਥਨ ਕਰਨ। ਜਿਸ ਬਾਦਲ ਪਰਿਵਾਰ ਨੂੰ ਪੰਥ ਤੇ ਪੰਜਾਬ ਨਕਾਰ ਚੁੱਕਾ ਵਾ, ਵਿਧਾਨ ਸਭਾ 'ਚੋਂ ਬਾਹਰ ਕਰ ਚੁੱਕਾ, ਦਿੱਲੀ ਕਮੇਟੀ 'ਚੋਂ ਬਾਹਰ ਕਰ ਚੁੱਕਾ, ਦਿੱਲੀ ਅਕਾਲੀ ਦਲ 'ਚੋਂ ਬਾਹਰ ਕਰ ਚੁੱਕਾ, ਹਰਿਆਣੇ ਦੀ ਕਮੇਟੀ ਵੱਖਰੀ ਬਣ ਗਈ, ਹਰਿਆਣੇ ਦਾ ਅਕਾਲੀ ਦਲ ਵੱਖਰਾ ਬਣ ਗਿਆ। ਉਸ ਬਾਦਲ ਪਰਿਵਾਰ ਦੀ ਮੁੜ ਗੁਲਾਮੀ ਵੱਲ ਧੱਕਣ ਦਾ ਯਤਨ ਨਾ ਕਰਨ। ਜਿਹੜੀਆਂ ਮੀਟਿੰਗਾਂ ਸਾਡੇ ਹਰਿਆਣੇ ਦੇ ਵੀਰ ਜਿਹੜੇ ਆ ਪਿਛਲੇ ਦਿਨਾਂ ਦੇ ਅੰਦਰ ਜਿਹੜੀਆਂ ਸੁਰਖੀਆਂ ਬਣੀਆਂ ਹੋਈਆਂ ਨੇ, ਉਸ ਗੱਲ ਤੋਂ ਉਹਨਾਂ ਨੂੰ ਗੁਰੇਜ਼ करना चाहिए। दत्तवाल साहब, आपने कहा कि एक मांग की है सरकार से कि कमेटी के जो सदस्य हैं जल्दी नियुक्त किए जाएं, और इसके साथ ही क्या है, आपने एक मांग ये भी की थी कि जो हरियाणा है यहाँ पर सिख संगतों का प्रचार करने के लिए, मजबूत करने के लिए धार्मिक स्थल जो हैं हरियाणा में उनकी डेवलपमेंट की तरफ भी ध्यान दिया जाए। क्या क्या डिमांड्स हैं? देखो, सब तो पहली गल तो असीं गुरुद्वारा नाडा साहब पातशाही 10वीं बैठे हाँ। इस गुरुद्वारा साहब दे वास्ते पार्किंग की बड़ी वड्डी प्रॉब्लम है। ਉਹਦੇ ਵਾਸਤੇ ਪਿਛਲੇ ਦਿਨੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੀਗੀ, ਔਰ ਜਿਸ ਦਿਨ 9 ਤਰੀਕ ਨੂੰ ਸ਼ੁਕਰਾਨਾ ਸਮਾਗਮ ਇੱਥੇ ਜਿਹੜਾ ਸੀ ਉਹ ਕਰਾਇਆ ਗਿਆ ਸੀ ਹਰਿਆਣਾ ਸਰਕਾਰ ਦੇ ਵੱਲੋਂ, ਮੁੱਖ ਮੰਤਰੀ ਸਾਹਿਬ ਵੱਲੋਂ। ਤਾਂ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦੇ 3 ਏਕੜ ਦੇ ਕਰੀਬ ਜ਼ਮੀਨ ਆ, ਜਿਹਦੀ ਕੀਮਤ ਤਾਂ ਸਰਕਾਰੀ ਤੌਰ 'ਤੇ 30-35 ਕਰੋੜ ਬਣਦੀ ਹੈ। ਪਰ ਮੁੱਖ ਮੰਤਰੀ ਸਾਹਿਬ ਨੇ ਅਪੀਲ ਕੀਤੀ ਵੀ ਗੁਰੂ ਘਰ ਨੂੰ ਇਹ ਜਗ੍ਹਾ ਦੀ ਲੋੜ ਆ, ਇੱਥੇ ਬਕਾਇਦਾ ਦਫ਼ਤਰ ਵਗੈਰਾ ਵੀ ਬਣਨੇ, ਪਾਰਕਿੰਗ ਵੀ ਬਣਨੀ ਆ, ਤਾਂ ਕੋਈ ਘੱਟ ਤੋਂ ਘੱਟ ਕੋਈ 2-4 ਕਰੋੜ ਜਿਹੜਾ ਹੈਗਾ ਉਹ ਤਾਂ ਭਰਿਆ ਜਾ ਸਕਦਾ। ਵੀ ਇੰਨਾ ਜ਼ਿਆਦਾ ਪੈਸਾ ਜਿਹੜਾ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਗੁਰੂ ਘਰ ਨੂੰ ਸਮਰਪਿਤ। ਤਾਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਕਿ ਜੋ ਵੀ ਪੋਸੀਬਲ ਹੋਇਆ ਅਸੀਂ ਇਸ ਗੁਰਦੁਆਰਾ ਸਾਹਿਬ, ਜਿਵੇਂ ਪਹਿਲਾਂ ਵੀ 25 ਕਰੋੜ ਰੁਪਇਆ ਕੇਂਦਰ ਸਰਕਾਰ ਵੱਲੋਂ ਆਇਆ, ਤੇ ਇੱਥੇ ਸਾਹਮਣੇ ਕਾਰ ਪਾਰਕਿੰਗ 6 ਮੰਜ਼ਲੀ ਬਣੀ ਆ ਗੁਰਦੁਆਰਾ ਨਾਢਾ ਸਾਹਿਬ ਦੇ ਸਾਹਮਣੇ। ਤੋ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਕੰਮ ਆ ਗੁਰੂ ਘਰਾਂ ਦੀ ਡਿਵੈਲਪਮੈਂਟ ਦੇ, ਸਾਡੇ ਸਕੂਲਾਂ ਦਾ ਮਿਆਰ ਪੜ੍ਹਾਈ ਦਾ ਉੱਚਾ ਕਰਨ ਵਾਲਾ ਕਾਲਜ ਆ, ਮੈਡੀਕਲ ਕਾਲਜ, ਜਿਹਦਾ ਬੋਰਡ ਟਰਸਟ ਜਿਹੜਾ ਉਹ ਬਾਦਲ ਪਰਿਵਾਰ ਨੇ ਨਿੱਜੀ ਬਣਾਇਆ ਹੋਇਆ। ਖੁਦ ਵੱਡਾ ਪ੍ਰਕਾਸ਼ ਸਿੰਘ ਬਾਦਲ ਉਹ ਵੀ ਮੈਂਬਰ ਆ ਉਸ ਬੋਰਡ ਦੇ, ਤੇ ਉਹਨਾਂ ਨੇ ਆਪਣੇ ਚਹੇਤੇ ਜਿਹੜੇ ਆਪਣੇ ਪਰਿਵਾਰਕ ਮੈਂਬਰ ਉਹਦੇ ਬੋਰਡ ਦੇ ਮੈਂਬਰ ਬਣਾਏ ਹੋਏ। ਜਦੋਂ ਕਿ ਸਾਡਾ ਐਕਟ 2014 ਕਹਿੰਦਾ ਕਿ ਜੋ ਵੀ ਇਸ ਐਕਟ ਬਣਨ ਤੋਂ ਬਾਅਦ ਜਿੰਨੇ ਵੀ ਟਰਸਟ ਆ, ਬੋਰਡ ਆ, ਜੋ SGPC ਕੋਲ ਆ, ਉਹ ਸਾਰਾ ਕੁਛ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਦੇਖਭਾਲ ਕਰੇਗੀ। ਸੋ ਇਸ ਕਾਰਨ ਕਰਕੇ ਉਹਨਾਂ ਨੂੰ ਹੁਣ ਜਿਹੜਾ ਹੈਗਾ ਵਾ ਅਸੀਂ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਇਹ ਟਰਸਟ ਬੋਰਡ ਛੱਡ ਦੇਣੇ ਚਾਹੀਦੇ ਆ, ਇਹਨਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੇ, ਤੇ ਹਰਿਆਣਾ ਸਰਕਾਰ ਜਿਹੜਾ ਉਹ ਸਾਡਾ ਪੂਰਾ ਸਮਰਥਨ ਕਰੇ, ਕਿਉਂਕਿ ਬਹੁਤ ਸਾਰੇ ਕੰਮਕਾਰ ਜਿਹੜੇ ਆ ਉਹ ਸਰਕਾਰ ਦੇ ਸਮਰਥਨ ਨਾਲ ਹੁੰਦੇ ਆ। ਪਿਛਲੇ ਸਮੇਂ ਦੇ ਅੰਦਰ ਵੀ ਸਾਡੇ ਹਰਿਆਣਾ ਸਰਕਾਰ ਨੇ ਪ੍ਰਬੰਧਾਂ 'ਚ ਕਦੇ ਦਖਲਅੰਦਾਜ਼ੀ ਨਹੀਂ ਕੀਤੀ, ਸਗੋਂ ਜਿਨ੍ਹਾਂ ਸਮਰਥਨ ਮੰਗਿਆ ਉਹ ਦਿੱਤਾ। ਹੁਣ ਵੀ ਅਸੀਂ ਉਹਨਾਂ ਤੋਂ ਇਹੀ ਆਸ ਕਰਦੇ ਹਾਂ ਕਿ ਸਾਡੇ ਧਾਰਮਿਕ ਪ੍ਰਬੰਧਾਂ ਦੇ ਵਿੱਚ ਸਰਕਾਰ ਜਿਹੜੀ ਆ ਸਾਨੂੰ ਜੋ ਸਹਿਯੋਗ ਦੀ ਲੋੜ ਆ ਸਹਿਯੋਗ ਕਰੇ। ਪ੍ਰਬੰਧ ਜਿਹੜਾ ਉਹ ਸਿੱਖ ਸੰਗਤਾਂ ਜਿਹੜੀਆਂ ਉਹ ਖੁਦ ਕਰਨਗੀਆਂ। ਜਿਹੜੇ ਯੋਗਤਾ ਰੱਖਣ ਵਾਲੇ ਸਿੱਖ ਆ ਉਹ ਗੁਰੂ ਘਰਾਂ ਦਾ ਪ੍ਰਬੰਧ ਐਡਹੌਕ ਕਮੇਟੀ ਦੇ ਵਿੱਚ ਪ੍ਰਬੰਧਾਂ ਨੂੰ ਜਿਹੜਾ ਸੁਚੱਜਾ ਕਰਨ ਵਾਸਤੇ ਕਰਨ, ਤੇ ਉਹਦੇ ਵਾਸਤੇ ਸਾਡੀ ਅਪੀਲ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਹਰਿਆਣਾ ਸਰਕਾਰ ਨੂੰ, ਵੀ ਇਹ ਜਲਦੀ ਕੀਤਾ ਜਾਵੇ। ਜਿੰਨਾ ਡਿਲੇ ਹੋ ਰਿਹਾ ਸਾਡੇ ਪ੍ਰਬੰਧ ਕਰਨ ਦੇ ਵਿੱਚ ਜਿਹੜਾ ਉਹ ਢਿਲਾਈਆਂ ਕਮੀਆਂ ਆ ਰਹੀਆਂ ਨੇ।
बहुत बहुत शुक्रिया। तो फिलहाल जिस तरह का ये एक संयुक्त प्रयास जो है वो आज किया गया है कि एक इकट्ठी आवाज़ जो है वो मिलकर बुलंद की जाए, जिसमें हरियाणा की जो सिख संगत है उसके धार्मिक और राजनीतिक मुद्दे जो हैं उनको सुलझाया जाए। फिलहाल ये प्रयास किस तरह से आगे बढ़ेगा ये देखना होगा, लेकिन यहाँ कहीं ना कहीं जो हरियाणा गुरुद्वारा प्रबंधक कमेटी है उसकी तरफ से ये मांग भी आई है कि सरकार जो है वो कमेटी के सदस्यों का चुनाव जो है वो जल्दी करे, ताकि जो काम में विलंब हो रहा है श्री गुरुद्वारा साहिबों की सेवा संभाल के लिए उसमें तेज़ी लाई जा सके। कैमरामैन अनिल के साथ कुलवीर दीवान, दैनिक सवेरा टीवी, चंडीगढ़।